Good morning, students. Today we will discuss about our next topic, mean or average value of alternating current. क्योंकि ਆਪਾਂ फर्स्ट वीडियो ਦੇ ਵਿੱਚ ਇਹ ਦੇਖ ਚੁੱਕੇ ਸੀਗੇ ਵੀ ਅਲਟਰਨੇਟਿੰਗ ਕਰੰਟਸ ਐਂਡ ਡਾਇਰੈਕਟ ਕਰੰਟਸ ਦੇ ਵਿੱਚ ਕੀ ਡਿਫਰੈਂਸ ਹੁੰਦਾ ਐਂਡ ਉਸ ਤੋਂ ਬਾਅਦ ਅਲਟਰਨੇਟਿੰਗ ਕਰੰਟ ਦੇ ਨਾਲ ਹੀ ਮੈਂ ਤੁਹਾਨੂੰ ਅਲਟਰਨੇਟਿੰਗ EMF ਵੀ ਕਰਵਾਇਆ ਸੀ ਹੈ ਨਾ। मैं ਤੁਹਾਨੂੰ ਇਹ ਦੱਸਿਆ ਸੀ ਸਿੰਪਲ ਵੀ ਜਿਹੜਾ AC ਹੁੰਦਾ AC ਕਰੰਟ ਹੁੰਦਾ ਜਿਹੜਾ ਅਲਟਰਨੇਟਿੰਗ ਕਰੰਟ ਹੁੰਦਾ ਉਹਦੀ ਕੀ ਹੋ ਜਾਂਦੀ ਹੈ ਪੋਲੈਰਿਟੀ ਚੇਂਜ ਹੋ ਜਾਂਦੀ ਹੈ। ਜਿਹਦੀ ਪੋਲੈਰਿਟੀ ਚੇਂਜ ਹੋਵੇ ਡਾਇਰੈਕਸ਼ਨ ਚੇਂਜ ਹੋਵੇ ਮੈਗਨੀਟਿਊਡ ਚੇਂਜ ਹੋਵੇ ਦੈਟਸ ਮੀਨ ਦਿਸ ਇਜ਼ ਨੋਨ ਐਜ਼ ਅਲਟਰਨੇਟਿੰਗ ਕਰੰਟ। ਬਟ ਜਿਹੜਾ ਡਾਇਰੈਕਟ ਕਰੰਟ ਹੁੰਦਾ ਉਹਦੀ ਡਾਇਰੈਕਸ਼ਨ ਫਿਕਸਡ ਰਹਿੰਦੀ ਹੈ, ਉਹਦੀ ਕੋਈ ਪੋਲੈਰਿਟੀ ਚੇਂਜ ਨਹੀਂ ਹੁੰਦੀ। ਇਸ ਕਰਕੇ ਆਪਾਂ ਉਹਨੂੰ DC ਕਰੰਟ ਕਿਹਾ ਸੀ ਵੀ ਮਤਲਬ ਉਹਦੀ ਡਾਇਰੈਕਸ਼ਨ ਫਿਕਸਡ ਹੈ। ਉਹਨੂੰ ਸਟੈਡੀ ਕਰੰਟ ਵੀ ਆਪਾਂ ਨੇ ਕਿਹਾ ਸੀ ਹੈ ਨਾ। ਅਤੇ ਅੱਜ ਆਪਾਂ ਕਰਾਂਗੇ ਉਹਦੀ ਮੀਨ ਔਰ ਐਵਰੇਜ ਵੈਲਿਊ ਆਫ ਅਲਟਰਨੇਟਿੰਗ ਕਰੰਟ। ਕਿਉਂਕਿ ਜਿਹੜਾ ਆਪਣੇ ਕੋਲ ਅਲਟਰਨੇਟਿੰਗ ਕਰੰਟ ਆ ਉਹ ਇੱਕ ਵੇਵ ਫੋਰਮ ਦੇ ਵਿੱਚ ਮੋਸ਼ਨ ਕਰਦਾ ਪੋਜ਼ੀਟਿਵ ਨੈਗੇਟਿਵ ਪੋਜ਼ੀਟਿਵ ਨੈਗੇਟਿਵ ਪੋਜ਼ੀਟਿਵ ਨੈਗੇਟਿਵ ਐਵੇਂ ਮੂਵਮੈਂਟ ਕਰਦਾ। ਬਟ ਜਿਹੜਾ ਆਪਣੇ ਕੋਲ ਡਾਇਰੈਕਟ ਕਰੰਟ ਹੁੰਦਾ ਉਹਦੀ ਡਾਇਰੈਕਸ਼ਨ ਫਿਕਸਡ ਹੁੰਦੀ ਆ। ਉਹ ਸਿਰਫ ਕੀ ਕਰਦਾ ਉਹਦੀਆਂ ਵੈਲਿਊਜ਼ ਫਿਕਸਡ ਹੁੰਦੀਆਂ ਨੇ, ਇਸ ਕਰਕੇ ਉਹਦੀ ਇੱਕ ਡਾਇਰੈਕਸ਼ਨ ਹੁੰਦੀ ਹੈ। ਠੀਕ ਹੈ ਜੀ। ਤਾਂ ਹੁਣ ਆਪਣੇ ਕੋਲ ਕੀ ਹੈ ਅੱਜ ਆਪਾਂ ਨੇ ਕਰਨਾ ਮੀਨ ਔਰ ਐਵਰੇਜ ਵੈਲਿਊ ਆਫ ਅਲਟਰਨੇਟਿੰਗ ਕਰੰਟ। ਦੇਖੋ ਸਭ ਤੋਂ ਪਹਿਲਾਂ ਤੁਸੀਂ ਇਹਦੀ ਡੈਫੀਨੇਸ਼ਨ ਸਮਝੋ। ਦ AC ਡਿਊਰਿੰਗ ਪੋਜ਼ੀਟਿਵ ਹਾਫ ਸਾਈਕਲ ਫਲੋਜ਼ ਇਨ ਵਨ ਡਾਇਰੈਕਸ਼ਨ। ਤਾਂ ਉਹਨੇ ਕੀ ਕਿਹਾ ਵੀ ਜਿਹੜਾ ਆਪਣੇ ਕੋਲ AC ਹੈ ਉਹ ਫਲੋ ਕਰਦਾ ਇਨ ਵਨ ਡਾਇਰੈਕਸ਼ਨ ਮਤਲਬ ਕਿ ਪੋਜ਼ੀਟਿਵ ਡਾਇਰੈਕਸ਼ਨ ਐਂਡ ਡਿਊਰਿੰਗ ਨੈਗੇਟਿਵ ਹਾਫ ਸਾਈਕਲ ਇਟ ਫਲੋਜ਼ ਇਨ ਅਪੋਜ਼ਿਟ ਡਾਇਰੈਕਸ਼ਨ। ਠੀਕ ਹੈ। ਦੇਅਰਫੋਰ ਜਦੋਂ ਆਪਾਂ ਇਸ ਕੰਪਲੀਟ ਸਾਈਕਲ ਦਾ ਮੀਨ ਕਰਾਂਗੇ ਇੱਕ ਆਪਣੇ ਕੋਲ ਪੋਜ਼ੀਟਿਵ ਵੈਲਿਊ ਆਊ ਇੱਕ ਆਪਣੇ ਕੋਲ ਨੈਗੇਟਿਵ ਵੈਲਿਊ ਆਊ। ਜਦੋਂ ਦੋਨਾਂ ਦਾ ਆਪਾਂ ਮੀਨ ਕਰਾਂਗੇ ਐਵਰੇਜ ਵੈਲਿਊ ਕੱਢਾਂਗੇ ਦੈਨ ਆਨਸਰ ਕਿੰਨਾ ਆਊਗਾ 0। ਮੀਨ ਦੇਅਰਫੋਰ ਮੀਨ ਔਰ ਐਵਰੇਜ ਵੈਲਿਊ ਆਫ AC ਓਵਰ ਵਨ ਕੰਪਲੀਟ ਸਾਈਕਲ ਇਜ਼ 0। ਹੈਂਸ ਤਾਂ ਆਪਾਂ ਕੀ ਕਰਾਂਗੇ ਆਪਾਂ ਸਿਰਫ ਹਾਫ ਸਾਈਕਲ ਦਾ ਫਾਈਂਡ ਆਊਟ ਕਰ ਲਾਂਗੇ, ਚਾਹੇ ਤੁਸੀਂ ਪੋਜ਼ੀਟਿਵ ਹਾਫ ਸਾਈਕਲ ਦਾ ਕੱਢ ਲਓ ਚਾਹੇ ਤੁਸੀਂ ਨੈਗੇਟਿਵ ਹਾਫ ਸਾਈਕਲ ਦਾ ਕੱਢ ਲਓ ਮੀਨ। ਕਿਉਂਕਿ ਆਪਾਂ ਨੂੰ ਪਤਾ ਹੀ ਹੈ ਵੀ ਜੇ ਪੋਜ਼ੀਟਿਵ ਦਾ ਆ ਗਿਆ ਤਾਂ ਨੈਗੇਟਿਵ ਦਾ ਆ ਜਾਣਾ, ਮਾਈਨਸ ਲਗਾ ਕੇ ਅਗਰ ਨੈਗੇਟਿਵ ਦਾ ਆ ਗਿਆ ਤਾਂ ਪੋਜ਼ੀਟਿਵ ਦੇ ਵਿੱਚ ਸਿਮਿਲਰਲੀ ਵੈਲਿਊ ਆ ਜਾਣੀ ਹੈ ਨਾ। ਤਾਂ ਆਪਾਂ ਕੀ ਕਰਾਂਗੇ ਵੀ ਜਿਹੜੀ ਮੇਨ ਵੈਲਿਊ ਕੱਢਣੀ ਹੋਊਗੀ ਐਵਰੇਜ ਵੈਲਿਊ ਦੀ ਉਹ ਆਪਾਂ ਕੀ ਕਰਾਂਗੇ ਹਾਫ ਸਾਈਕਲ 'ਚ ਕੱਢ ਲਾਂਗੇ ਮਤਲਬ ਫਸਟ ਦੇ ਵਿੱਚ ਇਹ 'ਚ ਕੱਢ ਲਾਂਗੇ ਕਿਉਂਕਿ ਇਹ ਤਾਂ ਪੂਰਾ ਕੰਪਲੀਟ ਸਾਈਕਲ ਹੋ ਗਿਆ ਨਾ। ਸਮਝ ਗਏ। ਤਾਂ ਹੁਣ ਇਹਦੀ ਡੈਫੀਨੇਸ਼ਨ ਦੇਖੋ। ਇਟ ਇਜ਼ ਡਿਫਾਈਨਡ ਐਜ਼ ਸਟੈਡੀ ਕਰੰਟ। ਹੁਣ ਦੇਖੋ ਧਿਆਨ ਨਾਲ ਸਮਝੋ ਆਪਣੀ ਮੇਨ ਸਪਲਾਈ AC ਦੀ ਆ ਰਹੀ ਹੈ। ਠੀਕ ਹੈ। ਜਦੋਂ ਕਿਸੇ ਸਰਕਟ ਦੇ ਵਿੱਚ ਚਲਾ ਗਿਆ ਤਾਂ ਉਹ ਕਰੰਟ ਕਿਹਦੇ ਵਿੱਚ ਕਨਵਰਟ ਹੋ ਗਿਆ ਰੈਕਟੀਫਿਕੇਸ਼ਨ ਦੇ ਥਰੂ ਡਾਇਓਡ ਦੇ ਥਰੂ ਕਿਹ 'ਚ ਕਨਵਰਟ ਹੋ ਗਿਆ DC ਦੇ ਵਿੱਚ। ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਸਭ ਕੁਝ ਦੱਸਿਆ ਹੋਇਆ ਵੀ AC ਨੂੰ ਆਪਾਂ ਕਿਵੇਂ DC 'ਚ ਕਨਵਰਟ ਕਰਦੇ ਹਾਂ ਥਰੂ ਡਾਇਓਡ। ਤਾਂ ਕੀ ਹੈ ਦੇਖੋ ਧਿਆਨ ਨਾਲ ਸੁਣੋ। ਇਟ ਇਜ਼ ਡਿਫਾਈਨਡ ਐਜ਼ ਸਟੈਡੀ ਕਰੰਟ ਮਤਲਬ ਫਿਕਸਡ ਕਰੰਟ ਮਤਲਬ ਕਿ DC ਕਰੰਟ ਵਿਚ ਵੈਨ ਪਾਸ ਥਰੂ ਆ ਸਰਕਟ ਜਦੋਂ ਕਿਸੇ ਸਰਕਟ ਦੇ ਵਿੱਚ ਦੀ ਪਾਸ ਹੁੰਦਾ ਫॉर ਹਾਫ ਆਫ ਟਾਈਮ ਪੀਰੀਅਡ ਆਫ AC। ਹੁਣ ਦੇਖੋ ਆਪਾਂ ਇੱਕ ਸਰਕਲ ਦੀ ਗੱਲ ਕਰ ਰਹੇ ਹਾਂ ਨਾ ਉੱਪਰ ਹਾਫ ਸਾਈਕਲ ਦੀ। ਦੈਨ ਉਹਨੇ ਕੀ ਕਿਹਾ ਵੀ ਜਿਹੜਾ ਸਟੈਡੀ ਕਰੰਟ ਹੈ ਉਹ ਸਰਕਟ ਦੇ ਵਿੱਚ ਦੀ ਪਾਸ ਹੁੰਦਾ ਕਿੰਨਾ ਟਾਈਮ ਲਗਾਊਗਾ AC ਦਾ ਹਾਫ ਟਾਈਮ। ਠੀਕ ਹੈ। ਟੋਟਲ ਟਾਈਮ ਆਪਣੇ ਕੋਲ T ਹੋ ਗਿਆ ਤਾਂ ਹਾਫ ਟਾਈਮ ਆਪਣੇ ਕੋਲ T/2 ਹੋ ਗਿਆ ਸਾਈਕਲ ਦਾ T/2 ਹੋ ਗਿਆ। ਸੈਂਡਸ ਦਾ ਸੇਮ ਅਮਾਊਂਟ ਆਫ ਚਾਰਜ ਸੇਮ ਅਮਾਊਂਟ ਦਾ ਚਾਰਜ ਕਰੂਗਾ ਐਜ਼ T/2 ਐਜ਼ ਡਨ ਬਾਈ AC ਇਨ ਸੇਮ ਟਾਈਮ ਲੱਗੂਗਾ ਥਰੂ ਦਾ ਸੇਮ ਸਰਕਟ। ਇੱਕ ਸਰਕਟ ਦੇ ਵਿੱਚ ਉਹਦਾ ਜਿਹੜਾ ਹਾਫ ਟਾਈਮ ਹੈ ਉਹ ਕਿੰਨਾ ਲੱਗੂਗਾ T/2। ਜੇ ਟੋਟਲ ਟਾਈਮ ਇੱਕ ਸਾਈਕਲ ਨੂੰ ਪੂਰਾ ਕਰਨ ਦੇ ਵਿੱਚ T ਟਾਈਮ ਲੱਗ ਰਿਹਾ ਦੈਨ ਹਾਫ ਸਾਈਕਲ ਨੂੰ ਕੰਪਲੀਟ ਕਰਨ 'ਤੇ ਕਿੰਨਾ ਲੱਗੂਗਾ T/2 ਸੇਮ ਐਜ਼ ਦੈਟ ਆਫ DC ਕਰੰਟ। ਸਮਝ ਆ ਗਿਆ ਜਿਹੜਾ ਸਰਕਟ ਦੇ ਵਿੱਚ ਫਲੋ ਕਰ ਰਿਹਾ। ਹੁਣ ਆਪਾਂ ਨੇ ਸਿੰਪਲ ਇਹਦੀ ਡੈਰੀਵੇਸ਼ਨ ਹੀ ਕਰਨੀ ਹੈ। ਦੇਖੋ ਤੁਸੀਂ ਡੈਰੀਵੇਸ਼ਨ ਧਿਆਨ ਨਾਲ ਸਮਝੋ। ਆ ਦੇਖੋ ਕੀ ਹੈ ਆਪਣੇ ਕੋਲ ਲੈਟ ਇੰਸਟੈਂਟੇਨੀਅਸ ਵੈਲਿਊ ਆਫ AC ਇਜ਼। ਦੇਖੋ ਇਹ ਮੈਨੇ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕਰਵਾ ਰੱਖੀ ਜਦੋਂ ਆਪਾਂ ਨੇ ਇੰਟਰੋਡਕਸ਼ਨ ਕੀਤੀ ਸੀ ਅਲਟਰਨੇਟਿੰਗ ਕਰੰਟ ਐਂਡ EMF ਦੀ। ਮੈਂ ਤੁਹਾਨੂੰ AC ਦੇ ਵਿੱਚ ਵੀ ਇਹ ਫਾਰਮੂਲਾ ਡਰਾਈਵ ਕਰਵਾਇਆ ਸੀ। ਲੈਟ ਇੰਸਟੈਂਟੇਨੀਅਸ ਵੈਲਿਊ ਆਫ AC ਇਜ਼ I ਇਜ਼ ਇਕੁਅਲ ਟੂ I0 sin ω t। I0 ਮੈਂ ਤੁਹਾਨੂੰ ਦੱਸਿਆ ਹੋਇਆ ਵੀ ਇਟ ਇਜ਼ ਅ ਪੀਕ ਵੈਲਿਊ ਆਫ AC ਮਤਲਬ ਜਿੱਥੇ ਤੱਕ ਜਿਹੜੀ ਵੇਵ ਹੈ ਮੈਕਸੀਮਮ ਫਲੋ ਕਰਦੀ ਹੈ ਮਤਲਬ ਜਿੱਥੇ ਤੱਕ ਉਹਦਾ ਮੈਕਸੀਮਮ ਪਾਰਟ ਜਾਂਦਾ ਹੈ ਉਸ ਤੋਂ ਬਾਅਦ ਰਿਟਰਨ ਬੈਕ ਹੋ ਜਾਂਦੀ ਆ। ਠੀਕ ਹੈ। ਪੀਕ ਵੈਲਿਊ ਬੋਲ ਸਕਦੇ ਹੋ ਮੈਕਸੀਮਮ ਵੀ ਬੋਲ ਸਕਦੇ ਹੋ। ਸਿੰਸ ਇੰਸਟੈਂਟੇਨੀਅਸ ਕਰੰਟ ਇਜ਼ ਡਿਫਾਈਨਡ ਐਜ਼ ਆਪਾਂ ਨੂੰ ਪਤਾ ਹੀ ਹੈ ਵੀ I ਇਜ਼ ਆ ਰੇਟ ਆਫ ਫਲੋ ਆਫ ਚਾਰਜ dQ/dt ਮਤਲਬ ਕਿੰਨੇ ਟਾਈਮ ਦੇ ਵਿੱਚ ਕਿੰਨਾ ਚਾਰਜ ਫਲੋ ਕੀਤਾ
डी क्यू इज इक्वल टू आई डी टी। आई की वैल्यू पुट कर दो, आई नॉट साइन ओमेगा टी आ गया। टोटल चार्ज दैट फ्लो थ्रू द सर्किट ड्यूरिंग हाफ साइकिल, आप हाफ साइकिल का कढ़ना ना, तो हाफ साइकिल का कितना हो गया टाइम पीरियड, इनिशियल टाइम पीरियड 0 सी ते अपने को फाइनल टाइम पीरियड कितना आ गया हुण T/2, मतलब अपने को क्यू की लिमिट जाऊगी 0 टू T/2 डी क्यू। समझ गए, डी क्यू आ गया तो अपने को क्या गया 0 टू T/2 डी क्यू की मैंने वैल्यू पुट करती आई नॉट साइन ओमेगा टी डी टी। जो अपने वैल्यू पुट की दैन मेरे को जी एवरेज वैल्यू आई ए सी की, याद रखियो एवरेज वैल्यू तुम किमें कढ़ोगे, जिन्ना चार्ज सर्किट दे विच है ओवर आ हाफ साइकिल, चार्ज ओवर आ हाफ साइकिल आई इज इक्वल टू क्यू 0 टू T/2 डी टी। किन्ने टाइम दे विच, मतलब हाफ टाइम पीरियड दे विच जा रहे हैं, कितना चार्ज फ्लो कर रहा, यदा फॉर्मूला याद रखियो। दैन 0 टू T/2 क्यू की वैल्यू मैंने पुट करती, पिछों आप कढ़ के चुके हैं 0 टू T/2 डी टी लगाता। हम देखो आई नॉट तो कॉन्सटेंट है वैल्यू, उस तो बाद रिटर्न होगी आई नॉट 0 टू T/2 साइन ओमेगा टी डी टी, नीचे भी 0 टू T/2 डी टी। हम तुम ध्यान नाल समझो, देखो जो इंटीग्रेशन करते हैं साइन ओमेगा टी की वो आती है माइनस कॉस ओमेगा टी, जी टी के नाल टर्म लगी होंगी वो डिवाइड दे विच, ठीक है। जिमें हुण मैं करा भी साइन, जे मैं करना चाहाँ भी साइन 2t, तो मैं साइन 2t का किमें करूँगी माइनस कॉस 2t, टी के नाल की टर्म लगी हुई है 2, तो डिवाइड बाय 2। तो इस तरह तुम कर सकते हो, तो आई नॉट माइनस कॉस ओमेगा टी ओमेगा नाल तुसी लगा दो 0 टू T/2 लगाती। उस तो बाद डी टी की इंटीग्रेशन की सिंपल आ जानी है, दैन की आ गई अपने को टी 0 टू T/2 आ गई। हम देखो जी कॉन्सटेंट मतलब ओमेगा बाहर कढ़ लो, कॉस ओमेगा टी 0 टू T/2, दैन मैंने यदी लिमिट पुट करती अपर लिमिट माइनस लोअर लिमिट, टी एक बार T/2 पुट करो, एक बार 0 T/2 माइनस 0, ठीक है। तो मैंने सब कुछ बाहर कर लिया। हम देखो ध्यान नाल देखो T/2 इधर डिवाइड हो रहा है नीचे, तो ऊपर जाके उल्ट जाना है 2/t आ गया, आई नॉट वाई ओमेगा की आ गया अपने को कॉस ओमेगा टी 0 टू। हम जी ये लिमिट है ना ध्यान नाल पुट करो, देखो -2 आई नॉट ओमेगा टी की आ गया अपने को कॉस ओमेगा टी दी की आई T/2 पुट करती, एक बार मैंने टी की पुट करता 0 पुट करता। नैक्सट आई इज इक्वल टू -2t आई नॉट वाई ओमेगा कॉस ओमेगा T/2 माइनस जो ओमेगा 0 नाल मल्टीप्लाई करोगे 0 आऊगा। हम तुम याद रखियो जी एंगुलर फ्रीकुएंसी आ ओवर अ टाइम पीरियड कितनी वैल्यू होंगी है ये 2π/t, 2π/t। ये आप प्रीवियस क्लासेस के करते हैं। दैन अपने को फॉर्मूला होंगे सिंपल की होंगे अपने को ओमेगा इज इक्वल टू 2π न्यू होंगे, मैं तुहानूं कल भी करवाया है ना। तो आप जी फ्रीकुएंसी होंगी है लीनियर फ्रीकुएंसी होंगी आ वो अपने को इनवर्स ऑफ टाइम पीरियड होंगी आ, तो आप लगाने ओमेगा इज इक्वल टू 2π/t लगाता। तो मैंने वैल्यू जिते जिते ओमेगा उत्थे तुसीं पुट कर दो 2π/t। देखो जिते जिते ओमेगा से मैंने 2π/t पुट करता -2 आई नॉट 2π/t इंटू टी कॉस 2π/t इंटू T/2 माइनस कॉस 0 की वैल्यू याद रखो कितनी होंगी है 1। ओके नैक्सट 2 नाल 2 कैंसल, टी नाल टी कैंसल, टी नाल इधर भी टी कैंसल, हूँ आ 2 ने इधर 2 भी कैंसल, कॉस पाई ਜਿਹੜੇ कॉस ऑड पाई होंगे आ वो होंगे हमेशा -1 याद रखियो ऑड पाई, जिमें कि पाई 3π 4 5π 7π ਜਿਹੜੇ भी ऑड ने वो -1 होंगे, ਜਿਹੜੇ कि इवन जिमें cos 0 2π 4π 6π ये सारे इवन होंगे। तो cos पाई की वैल्यू आ गई -1 इधर रह गया अपने को -i नॉट वाई पाई -1 कितना हो गया -2, मतलब अपने को माइनस माइनस कैंसल आउट हो गया, पॉजिटिव हो गया आई इज इक्वल टू 2i नॉट वाई ओमेगा। देखो पॉजिटिव वैल्यू आ रही है, मतलब आप पॉजिटिव साइकिल की यही कढ़ रहे हैं आप पॉजिटिव साइकिल की, ठीक है। तो अपने को पॉजिटिव वैल्यू आ गई। उस तो बाद थोड़े को थोड़ी जी डेरीवेशन रह गई कि अपने को आई एवरेज इज इक्वल टू 2i नॉट वाई पाई वैल्यू आ गई, आई एवरेज मतलब मीन कढ़िया। तो अपने को 2 पाई की वैल्यू अपन पता कितनी होंगी है 22/7 इन्नी वैल्यू होंगी है, पुट की अपने को कितना आंसर आ गया इन्ना। जो तुम इन्हू डिवाइड करोगे ना थोड़े को इन्नी कॉन्सटेंट वैल्यू आऊ 0.636 आई नॉट। तो ये कह सकते हो मीन वैल्यू ऑफ अल्टरनेटिव करंट इज़ 0.636 टाइम्स द पीक वैल्यू।
टाइम्स द मैक्सिमम वैल्यू ऑफ अल्टरनेटिंग करंट। तुसीं कह सकते हो पॉजिटिव वैल्यू आ रही है तो इस तो भी प्रूव होंदा भी अपना आंसर सही है फॉर द पॉजिटिव हाफ साइकिल, ठीक है, इन द टाइम t/2। एवें तुसीं अल्टरनेटिंग EMF भी कढ़ सकते हो 2E0/π, जिथे I सी उत्थे E लगा दोगे, वह आंसर भी इन्ना ही आना। तुसीं की लिखोगे अल्टरनेटिंग EMF इज़ इक्वल टू 0.636 टाइम्स द अल्टरनेटिंग पीक वैल्यू ऑफ अल्टरनेटिंग EMF। समझ आ गया, क्लीयर होया। ये वाला टॉपिक तो सौखा ही सीगा, ठीक है, थोड़ा जा इंटीग्रेशन वाला ही सीगा, भी तुहानूं इंटीग्रेशन समझ आनी चाहिए भी किस तरह आप इंटीग्रेशन करते हैं। एंड तुहानूं ये पता होना चाहिए भी आप पॉजिटिव हाफ साइकिल का क्यों करते, क्योंकि मेन जे आप पॉजिटिव तो नैगेटिव दोनों का कढ़ांगे दैन वह आंसर 0 आता। एक वैल्यू लैके आने के लिए आप हाफ साइकिल का कढ़ लेने, नैगेटिव वो वैल्यू की आऊगी नैगेटिव। कल आप करेंगे रूट मीन स्क्वेयर वैल्यू ऑफ अल्टरनेटिंग करंट। ओके बेटा, थैंक यू।